ਨਮੋ ਬੁੱਧਾਏ। ਬੁੱਧ ਜੀਵਨ ਅਤੇ ਸਿੱਖਿਆਵਾਂ ਦੇ ਸਾਰੇ ਸਾਥੀਆਂ ਨੂੰ ਆਦਰ ਸਾਹਿਤ ਨਮੋ ਬੁੱਧਾਏ। ਮੈਂ ਹਰਵੰਸ ਬਿਰਦੀ ਲੰਡਨ ਤੋਂ ਬੋਲਦਾ। ਕੋਈ ਆਪਣੇ ਸੱਜਣ ਕਸ਼ਮੀਰ ਸਿੰਘ ਜਾਣੀ ਉਹਨਾਂ ਨੂੰ ਸਾਹ ਚੜ੍ਹਿਆ ਆ, ਬੁਰਾ ਹਾਲ ਤਾਂ ਬੌਂਕੇ ਦਿਹਾੜੇ। ਜਾਣੀ ਜਿਸ ਬ੍ਰਾਹਮਣ ਜਿਹੜਾ ਉਹਨਾਂ ਦੇ ਸਿੱਖ ਧਰਮ ਦਾ ਨਾਸ਼ ਕਰ ਰਿਹਾ, ਉਹ ਉਹਨੂੰ ਨਹੀਂ ਦਿਸ ਰਹੇ ਜਿਹੜੇ ਕਿ ਅਸੀਂ ਬੁੱਧਿਸਟ ਕਹਿੰਦੇ ਹਾਂ ਬਈ ਆਪਾਂ ਰਲ ਮਿਲ ਕੇ ਲੈਣਾ, ਉਹਨੂੰ ਸਾਡੇ ਉੱਤੇ ਚਿੱਕੜ ਸਿੱਟਣ ਦਾ। ਔਰ ਆਪਣੀ ਮਾਲਕ ਬਾਹਮਣ ਦਾ ਸਭ ਕੁਛ ਪੜ੍ਹਿਆ, ਪੜ੍ਹ ਕੇ ਉਹ ਸਾਨੂੰ ਮਿਹਣੇ ਮਾਰ ਰਿਹਾ। ਖੈਰ, ਮੈਨੂੰ ਲੱਗਦਾ ਕਿ ਉਸ ਜਿਹੜਾ ਸੱਜਣ ਆ ਉਹ ਕੋਈ ਅਧਰਮੀ ਆ। ਮੈਂ ਆਦਿ ਧਰਮੀ ਨਹੀਂ ਕਿਹਾ, ਮੈਂ ਅਧਰਮੀ ਕਿਹਾ, ਕਿਉਂਕਿ ਜਿਹਦਾ ਕੋਈ ਧਰਮ ਨਹੀਂ ਹੁੰਦਾ ਉਹੀ ਇੱਦਾਂ ਗੱਲਾਂ ਕਰ ਸਕਦਾ। ਉਹ ਜਿਹੜੇ ਡਾਇਲੋਗ ਬੜਾ ਮਸ਼ਹੂਰ ਆ ਹਿੰਦੀ ਦੇ ਵਿੱਚ, ਜਿਨਕੇ ਘਰ ਸ਼ੀਸ਼ੇ ਕੇ ਹੋਤੇ हैं वो दूसरों पे ਪੱਥਰ ਨਹੀਂ ਫੇਂਕਾ ਕਰਦੇ। ਜਿਹਨੂੰ ਇਹ ਪਤਾ ਵੀ ਮੇਰਾ ਧਰਮ ਹੈ ਆ, ਔਰ ਜੇ ਮੈਂ ਕਿਸੇ ਦੇ ਧਰਮ ਨੂੰ ਇੱਦਾਂ ਮਜ਼ਾਕ ਕਰ ਸਕਦਾ ਜਾਂ ਖਿੱਲੀ ਉਡਾ ਸਕਦਾ ਤਾਂ ਉਹ ਮੇਰਾ ਵੀ ਉਡਾ ਸਕਦੇ ਆ। ਇਸ ਕਰਕੇ ਉਹ ਕਤਰਾਏਗਾ ਇੱਦਾਂ ਦੀ ਗੱਲ ਕਹਿਣ ਤੋਂ। ਮੈਨੂੰ ਲੱਗਦਾ ਇਸ ਮਹਾਂਪੁਰਸ਼ ਦਾ ਕੋਈ ਆਪਣਾ ਦੀਨ ਅਮਾਨ ਹੈ ਨਹੀਂ, ਜਾਂ ਤਾਂ ਇਹ ਮਤਲਬ ਇਹ ਅਧਰਮੀ ਆ। ਤਾਂ ਆਪਣੇ ਆਪ ਨੂੰ ਵੈਸੇ ਅਧਰਮੀ ਅੱਜ ਕੱਲ੍ਹ ਜਾਂ ਪਹਿਲਾਂ ਕਹਿੰਦੇ ਸੀਗੇ ਦੋ ਚਿੱਚੇ, ਉਹਨਾਂ ਵਿੱਚੋਂ ਇੱਕ ਨੂੰ ਲੱਗਦਾ, ਕਿਉਂਕਿ ਜਿਹੜਾ ਸਿੱਖ ਆ ਉਹ ਕਦੇ ਵੀ ਦੂਜੇ ਧਰਮ ਦੇ ਲਈ ਮਤਲਬ ਆਪਣੇ ਧਰਮ ਦੀ ਪ੍ਰਸ਼ੰਸਾ ਕਰਕੇ ਦੂਜੇ ਨੂੰ ਹੇਠਾਂ ਕਰਨ ਲਈ ਕਦੇ ਵੀ ਨਹੀਂ ਕਹਿ ਸਕਦਾ, ਕਿਉਂਕਿ ਹਰ ਇੱਕ ਦਾ ਆਪਣਾ ਆਪਣਾ ਫੀਤਾ ਆ ਮੰਨਣ ਦਾ। ਲੇਕਿਨ ਇਹਨੂੰ ਇੱਕ ਗੱਲ ਪੁੱਛੇ ਕਿ ਜਿਹੜਾ ਇਹ ਕਹਿੰਦਾ ਵੀ ਪੰਜਾਬ ਦਾ ਖਾ ਕੇ ਪੰਜਾਬ 'ਚ ਇਹ ਜਿਹੜਾ ਪੰਜਾਬ ਤੇਰੇ ਪੇ ਦਾ ਆ, ਮੇਰੇ ਨਾਲ ਹਿਸਾਬ ਕਰ ਦੇਖ ਲਾ, ਤੇਰੇ ਨਾਲੋਂ ਮੇਰੀ 10 ਗੁਣਾ ਜ਼ਿਆਦਾ ਪ੍ਰੋਪਰਟੀ ਇੰਡੀਆ ਦੇ ਵਿੱਚ ਆ। ਤਾਂ ਪੰਜਾਬ ਤੇਰਾ ਜ਼ਿਆਦਾ ਹੋ ਗਿਆ ਜਾਂ ਫਿਰ ਮੇਰਾ ਜ਼ਿਆਦਾ ਹੋ ਗਿਆ? ਚਲੋ ਖੈਰ, ਤੇਰੇ ਵਾਂਗੂ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਵੀ ਤੁਸੀਂ ਪੰਜਾਬ ਦੇ ਵਿੱਚ ਤੁਸੀਂ ਰਹਿੰਦੇ। ਇਹਦਾ ਮਤਲਬ ਇਹ ਨਹੀਂ ਕਿ ਜੇ ਤੁਸੀਂ ਕਿਸੇ ਦੇ ਕੋਈ ਗੱਲ ਦੇ ਨਾਲ ਸਹਿਮਤ ਨਹੀਂ ਹੈ ਤਾਂ ਤੁਸੀਂ ਪੰਜਾਬ ਦਾ ਖਾ ਕੇ ਹਰਾਮ ਕਰ ਰਹੇ ਆ। ਪਰ ਸਿੱਖ ਧਰਮ ਦਾ ਤੁਸੀਂ ਜ਼ਰੂਰ ਥੋੜ੍ਹੀ ਬਹੁਤੀ ਨੌਲੇਜ ਕਰਕੇ ਉਹਦਾ ਹਰਾਮ ਕਰ ਰਹੇ ਆ। ਤੁਸੀਂ ਕਈ ਸਵਾਲ ਉਠਾਲੇ ਆ, ਕਿਉਂਕਿ ਮੈਂ ਤਾਂ ਤੁਹਾਨੂੰ ਨਾ ਵਿਦਵਾਨ ਸਮਝਦਾ ਔਰ ਨਾ ਮੈਂ ਤੁਹਾਨੂੰ ਪ੍ਰਚਾਰਕ ਸਮਝਦਾ। ਮੈਂ ਤਾਂ ਤੁਹਾਨੂੰ ਜਿੱਦਾਂ ਬਈ ਇਹ ਵੀ ਇੱਥੋਂ ਤੱਕ ਵੀ ਸਿੱਖਾਂ ਦਾ ਔਰ ਬੋਧੀਆਂ ਦਾ ਆਪਸ ਵਿੱਚ ਟਕਰਾਓ ਪੈਦਾ ਹੋਵੇ, ਜਾਣੀ ਸ਼ਰਾਰਤੀ ਅਨਸ਼ਨ, ਮੈਂ ਤਾਂ ਤੁਹਾਨੂੰ ਉਹ ਸਮਝਦਾ। ਨਹੀਂ ਤਾਂ ਤੁਸੀਂ ਪ੍ਰੋਫੈਸਰ ਮੋਹਨ ਸਿੰਘ ਨੂੰ ਪੜ੍ਹੋ, ਜਿਨ੍ਹਾਂ ਨੇ ਬੁੱਧ ਦੀ ਕਵਿਤਾ ਵਿੱਚ ਲਿਖੀ ਹੋਈ ਜੀਵਨੀ ਇੰਗਲਿਸ਼ ਤੋਂ ਪੰਜਾਬੀ ਵਿੱਚ ਕਵਿਤਾ ਵਿੱਚ ਹੀ ਟਰਾਂਸਲੇਟ ਕੀਤਾ। ਔਰ ਸ਼ੇਰ ਸਿੰਘ ਸ਼ੇਰ ਜਿਹੜੇ ਸਿੱਖ ਧਰਮ ਦੇ ਵਿਦਵਾਨ ਆ, ਕਿਤੇ ਉਹਨਾਂ ਨੂੰ ਪੜ੍ਹਨ ਦੀ ਕੋਸ਼ਿਸ਼ ਕੀਤੀ ਹੁੰਦੀ। ਡਾਕਟਰ ਕਪੂਰ ਸਿੰਘ ਸਿੱਖਾਂ ਦੇ ਪਹਿਲੇ IAS ਆਫਿਸਰ, ਉਹਨਾਂ ਨੂੰ ਪੜ੍ਹਿਆ ਹੁੰਦਾ। 1982-83 ਵਿੱਚ ਡਾਕਟਰ ਗੋਪਾਲ ਸਿੰਘ, ਡਾਕਟਰ ਦਵਾਈਆਂ ਵਾਲੇ ਨਹੀਂ, ਲਿਟਰੇਚਰ ਦੇ ਜਿਹੜੇ ਮਾਈਨੋਰਟੀ ਕਮਿਸ਼ਨਰ ਦੇ ਚੇਅਰਮੈਨ ਸੀ, ਸਾਡੇ ਲੰਡਨ ਆਏ ਸੀਗੇ। ਤਾਂ ਬਾਬਾ ਸਾਹਿਬ ਦੇ ਜਨਮ ਦਿਨ ਦੇ ਉੱਤੇ ਅਸੀਂ ਉਹਨੂੰ ਸੱਦਿਆ ਸੀਗਾ, ਮੈਂ ਸਟੇਟ ਸੈਕਟਰੀ ਸੀਗਾ। ਉਸ ਵਿਦਵਾਨ ਨੇ, ਜਿਹੜੇ ਲਿਟਰੇਚਰ ਦੇ ਡਾਕਟਰ ਆ, ਉਹਨੇ ਕਿਹਾ ਕਿ ਅਗਰ, ਕਿਉਂਕਿ ਅਸੀਂ ਹਰ ਪ੍ਰੋਗਰਾਮ ਬੁੱਧ ਧੰਮ ਦੀ ਪੰਚਸ਼ੀਲ ਤੋਂ ਸ਼ੁਰੂ ਕਰਦੇ ਹਾਂ ਔਰ ਭਿਕਸ਼ੂ ਆਏ ਹੁੰਦੇ ਆ ਤ੍ਰਿਸ਼ਣ ਪੰਚਦੀਪ ਦੇਣ ਲਈ, ਤਾਂ ਉਹਨੇ ਆਪਣੀ ਟਾਕ ਹੀ ਇੱਥੋਂ ਸ਼ੁਰੂ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਅਗਰ ਇੱਕ ਲਫ਼ਜ਼ ਕੱਢ ਲਿਆ ਜਾਵੇ, ਰੱਬ, ਪਰਮਾਤਮਾ, ਵਾਹਿਗੁਰੂ, ਤਾਂ ਬਾਕੀ ਸਾਰਾ ਬੁੱਧ ਧਰਮ ਹੀ ਰਹਿ ਜਾਂਦਾ। ਇਹ ਡਾਕਟਰ ਗੋਪਾਲ ਸਿੰਘ ਜੀ ਕਹਿ ਰਹੇ ਆ ਜੀ, ਮੈਂ ਨਹੀਂ ਕਹਿ ਰਿਹਾ, ਔਰ ਸਾਡੇ ਕੋਲ ਰਿਕਾਰਡਡ ਪਿਆ ਆ। ਔਰ ਆਪਣੇ ਜਿਹੜੇ ਖੁਸ਼ਵੰਤ ਸਿੰਘ ਆ ਪ੍ਰੀਤ ਲੜੀ ਵਾਲੇ, ਉਹਨਾਂ ਦੇ ਵਿਚਾਰ ਪੜ੍ਹ ਲਿਓ ਸਿੱਖ ਧਰਮ ਦੇ ਬਾਰੇ, ਬੁੱਧ ਧਰਮ ਦੇ ਬਾਰੇ। ਅਤੇ ਜਾਣੀ ਤੁਸੀਂ ਜਿੱਦਾਂ ਹੈ ਨਾ ਵੀ ਪਿੱਛੇ ਤੁਹਾਡੇ ਮਧੋੜੀਆਂ ਦੌੜੀਆਂ ਹੁੰਦੀਆਂ, ਤੁਸੀਂ ਇਸ ਤਰ੍ਹਾਂ ਸਾਰੀਆਂ ਗੱਲਾਂ ਕਰ ਰਹੇ ਆ। ਜੇ ਸਮਰਾਟ ਅਸ਼ੋਕ ਨੇ ਵਾਇਲੈਂਸ ਜਾਣੀ ਲੜਾਈ ਜਾਣੀ ਹਥਿਆਰ ਛੱਡ ਦਿੱਤਾ ਵੀ ਪਿਆਰ ਭਾਵਨਾ ਨਾਲ ਲੋਕਾਂ ਨੂੰ ਸਮਝਾਉਣਾ, ਤਾਂ ਅਸ਼ੋਕ ਤੋਂ ਬਾਅਦ 8 ਪੀੜ੍ਹੀਆਂ ਉਹਨਾਂ ਦਾ ਰਾਜ ਮੌਰੀਆ ਵੰਸ਼ ਦਾ ਕਿੱਦਾਂ ਚੱਲਦਾ ਰਿਹਾ। ਜਿਹੜਾ ਆਖਰੀ ਰਾਜਾ ਵੀ ਸੀਗਾ ਬ੍ਰਹਿਦਰਥ, ਉਹਨੂੰ ਪੁਸ਼ਿਆ ਮਿੱਤਰ
ਪੁੱਛਿਆ ਮਿੱਤਰ ਸ਼ੁੰਗ ਨੇ ਆਪਣੀ ਕੁੜੀ ਦੇ ਕੇ ਪਹਿਲਾਂ ਜਵਾਈ ਬਣਾਇਆ, ਕਿਉਂਕਿ ਬੋਧੀ ਬੜੇ ਕਰੁਣਾਮਈ ਹੁੰਦੇ ਆ, ਤਾਂ ਉਹਨਾਂ ਨੇ ਉਹਨੂੰ ਡਿਫੈਂਸ ਮਿਨਿਸਟਰ ਬਣਾਤਾ, ਆਪਣਾ ਸੈਨਾਪਤੀ ਬਣਾਤਾ, ਔਰ ਉਹਦੇ ਪੇ ਨੂੰ ਰਾਜਗੁਰੂ ਬਣਾਤਾ। ਲੇਕਿਨ ਉਹਨਾਂ ਨੇ ਜਦੋਂ ਉਹ ਮਿਲਟਰੀ ਦੀ ਪ੍ਰੀਖਿਆ ਕਰ ਰਿਹਾ ਸੀਗਾ, ਬ੍ਰਹਿਦਰਥ, ਤੁਸੀਂ ਕਹਿੰਦੇ ਹਥਿਆਰ ਸਿੱਟ ਦਿੱਤਾ, ਤਾਂ ਮੈਨੂੰ ਨਹੀਂ ਪਤਾ ਤੁਹਾਡਾ ਕਿਹੜੇ ਬਹਾਦਰਾਂ ਵਿੱਚ ਨਾਂ ਆਉਂਦਾ ਆ, ਲੇਕਿਨ 8ਵੀਂ ਪੀੜ੍ਹੀ ਤੱਕ ਉਹ ਰਾਜ ਕਿੱਦਾਂ ਉਹਨਾਂ ਦਾ ਚੱਲਦਾ ਰਿਹਾ, ਮੌਰੀਆ ਵੰਸ਼ ਦਾ। ਔਰ ਫਿਰ ਫੌਜ ਦੀ ਪ੍ਰੀਖਿਆ ਕਰਦੇ ਸਮੇਂ ਹੀ ਪੁੱਛਿਆ ਸ਼ੁੰਗ ਨੇ ਪਿੱਛਿਓਂ ਤਲਵਾਰ ਮਾਰ ਕੇ ਉਹਦਾ ਕਤਲ ਕੀਤਾ। ਅਤੇ ਤਲਵਾਰ ਸਿੱਟਣ 8 ਪੀੜ੍ਹੀਆਂ ਕਿੱਦਾਂ ਚੱਲਦਾ ਰਿਹਾ। ਔਰ ਬਾਬਾ ਸਾਹਿਬ ਨੇ ਜਦੋਂ ਕੌਂਸਟੀਟਿਊਸ਼ਨ ਹੈਂਡ ਓਵਰ ਕੀਤਾ, ਇਹ ਤੇਰੇ ਵਰਗੇ ਸਿੱਖਾਂ ਲਈ ਆ, ਬਾਕੀ ਜਿਹੜੇ ਸੂਝਵਾਨ ਸਿੱਖ ਆ ਉਹ ਨਾ ਸਮਝਣ, ਕਿਉਂਕਿ ਜਿੱਦਾਂ ਦਾ ਮੂੰਹ ਹੁੰਦਾ ਉੱਦਾਂ ਦੀ ਚਪੇੜ ਮਾਰੀ ਦੀ ਆ। ਅਸੀਂ ਤੁਹਾਡੇ ਨਾਲ ਇਹ ਗੱਲ ਕਰ ਰਹੇ ਹਾਂ ਕਿ ਬਾਬਾ ਸਾਹਿਬ ਨੇ ਜਦੋਂ ਕੌਂਸਟੀਟਿਊਸ਼ਨ ਹੈਂਡ ਓਵਰ ਕੀਤਾ ਤਾਂ ਉਹ ਆਪਣੀ ਸਪੀਚ ਵਿੱਚ ਉਹਨੇ ਕੀ ਰਿਹਾ, ਜਦੋਂ ਅੰਗਰੇਜ਼ ਸਿੱਖ ਰਾਜਿਆਂ ਨੂੰ ਤਬਾਹ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਸਿੱਖਾਂ ਦਾ ਵੱਡਾ ਕਮਾਂਡਰ ਗੁਲਾਬ ਸਿੰਘ ਚੁੱਪਚਾਪ ਬੈਠਾ ਸੀ ਅਤੇ ਉਸਨੇ ਸਿੱਖ ਰਾਜ ਨੂੰ ਬਚਾਉਣ ਲਈ ਸਹਾਇਤਾ ਨਹੀਂ ਕੀਤੀ। 1857 ਈਸਵੀ ਦੇ ਗਦਰ ਵਿੱਚ ਜਦੋਂ ਭਾਰਤ ਦੇ ਵਧੇਰੇ ਭਾਗਾਂ ਨੇ ਬਰਤਾਨੀਆ ਵਿਰੁੱਧ ਜੰਗੇ ਮੈਦਾਨ ਦਾ ਐਲਾਨ ਕੀਤਾ ਹੋਇਆ ਸੀ, ਉਦੋਂ ਸਿੱਖ ਚੁੱਪਚਾਪ ਖੜ੍ਹੇ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਹੇ ਸਨ। ਔਰ ਜਦੋਂ ਇਹ ਬਾਬਾ ਸਾਹਿਬ ਨੇ ਸਪੀਚ ਕੀਤੀ ਆ, ਇਹ ਬਾਬਾ ਸਾਹਿਬ ਦੇ ਲਫ਼ਜ਼ ਆ, ਜਦੋਂ ਬਾਬਾ ਸਾਹਿਬ ਨੇ ਸਪੀਚ ਕੀਤੀ ਆ ਤਾਂ ਸਿੱਖਾਂ ਦੇ ਜਿਹੜੇ ਲੀਡਰ ਕਰਤਾਰ ਸਿੰਘ, ਗਿਆਨੀ ਬਲਦੇਵ ਸਿੰਘ, ਇਹ ਉੱਥੇ ਖੜ੍ਹੇ ਸੀਗੇ। ਅਤੇ ਮੈਂ ਕਿਸੇ ਦੇ ਵੀ ਕੋਲ ਬਹਾਦਰੀ ਦਾ ਜਾਂ ਹਰ ਵਾਰੀ ਜਿੱਤਣ ਦਾ ਲਾਇਸੈਂਸ ਨਹੀਂ ਹੁੰਦਾ, ਕਈ ਵਾਰੀ ਹਾਰ ਵੀ ਮੰਨਣੀ ਪੈਂਦੀ ਆ। ਅਤੇ ਸਿੱਖਾਂ ਦੀ ਜਿਹੜੀ ਬਹਾਦਰੀ ਆ ਉਹ ਬਾਬਾ ਸਾਹਿਬ ਇੱਦਾਂ ਕਹਿ ਰਹੇ ਆ। ਮੈਂ ਪ੍ਰੋਫੈਸਰ ਮੋਹਨ ਸਿੰਘ ਦੀ ਗੱਲ ਕੀਤੀ ਸੀ, ਜਿਹੜੀ ਕਿਤਾਬ ਉਹਨੀ ਕੀਤੀ ਆ ਟਰਾਂਸਲੇਟ ਇੰਗਲਿਸ਼, ਬੁੱਧ ਦੀ ਜੀਵਨੀ ਕਵਿਤਾਵਾਂ ਤੋਂ ਕਿਤਾਬਾਂ ਵਿੱਚ ਪੰਜਾਬੀ 'ਚ। ਉਹਦੇ ਪ੍ਰੀਫੇਸ ਵਿੱਚ ਕੀ ਲਿਖਦੇ ਆ ਜਰਾ ਸੁਣ, ਮੇਰੇ ਕੋਲ ਕਿਤਾਬ ਪਈ ਆ, ਮੈਂ ਜਿਹੜਾ ਲਿਖਿਆ ਆ ਉਹ ਕਹਿ ਰਿਹਾ। ਗੁਰੂ ਨਾਨਕ ਦਾ ਧਰਮ ਬੁਨਿਆਦੀ ਗੱਲਾਂ ਵਿੱਚ ਬੁੱਧ ਮਤ ਨਾਲ ਬਹੁਤ ਮਿਲਾਪ ਹੈ। ਗੁਰੂ ਨਾਨਕ ਦੇਵ ਨੇ ਵੀ ਬੁੱਧ ਵਾਂਗ ਸੰਸਕ੍ਰਿਤ ਨੂੰ ਤਿਆਗ ਕੇ ਆਮ ਲੋਕਾਂ ਦੀ ਬੋਲੀ ਵਿੱਚ ਪ੍ਰਚਾਰ ਕੀਤਾ। ਗੁਰੂ ਨਾਨਕ ਦੇਵ ਜੀ ਦੀਆਂ ਜਨਮ ਸਾਖੀਆਂ ਨੂੰ ਬੋਧੀ ਜਾਤਕਾਂ ਨਾਲ ਮੇਲ ਕੇ ਦੇਖਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਬੁੱਧ ਨਾਲ ਸੰਬੰਧਿਤ ਅਨੇਕ ਸਾਖੀਆਂ ਨੂੰ ਹੂ ਬਹੂ ਗੁਰੂ ਨਾਨਕ ਦੇ ਜੀਵਨ ਨਾਲ ਜੋੜ ਦਿੱਤਾ ਗਿਆ ਹੈ। ਬੁੱਧ ਨੇ ਸਾਰਨਾਥ ਵਿੱਚ ਜਦ ਆਪਣੇ ਮਤ ਦਾ ਪ੍ਰਚਾਰ ਸ਼ੁਰੂ ਕੀਤਾ ਤਾਂ ਉਹਨਾਂ ਨੇ 5 ਚੇਲੇ ਬਣਾਏ ਅਤੇ ਉਹਨਾਂ ਨੂੰ ਲੋਹੇ ਦੇ ਬਾਟੇ ਵਿੱਚ ਪ੍ਰਸ਼ਾਦ ਛਕਾਇਆ। ਗੁਰੂ ਗੋਬਿੰਦ ਸਿੰਘ ਨੇ ਵੀ ਇਸੇ ਤਰ੍ਹਾਂ 5 ਪਿਆਰੇ ਸਾਜੇ। ਬੁੱਧ ਮਤ ਦੇ ਆਦਰਸ਼ਾਂ ਨੂੰ ਸਿੱਖ ਮਤ ਨੇ ਕਾਫੀ ਹੱਦ ਤੱਕ ਅਪਣਾਇਆ। ਕਸ਼ਮੀਰ ਸਿੰਘ ਜੀ, ਇਹ ਜਿਹੜੇ ਵਿਦਵਾਨ ਆ, ਫਿਰ ਤੁਹਾਡੀ ਕਸੌਟੀ ਦੇ ਨਾਲ, ਤੁਹਾਡੇ ਫੀਤੇ ਦੇ ਨਾਲ, ਇਹ ਜਿਹੜੇ ਪ੍ਰੋਫੈਸਰ ਮੋਹਨ ਸਿੰਘ ਆ, ਜਿਹਨੇ ਲਿਖਿਆ ਰੱਬ ਇੱਕ ਕੁੰਝਲਦਾਰ ਝਮੇਲਾ ਰੱਬ ਇੱਕ ਗੋਰਖ ਧੰਦਾ, ਪੇਚ ਇਸ ਦੇ ਖੋਲ੍ਹਣ ਲੱਗਾ ਕਾਫਰ ਹੋ ਜਾ ਬੰਦਾ, ਇਹ ਉਹਨਾਂ ਦੀ ਕਵਿਤਾ ਬਹੁਤ ਮਸ਼ਹੂਰ ਆ। ਅਤੇ ਫਿਰ ਤੁਸੀਂ ਆਪਣੇ ਪ੍ਰੋਫੈਸਰ ਮੋਹਨ ਸਿੰਘ ਜੀ ਹੋਣਾ ਬਾਰੇ ਕੀ ਕਹੋਗੇ, ਜਿਨ੍ਹਾਂ ਨੇ ਇਹ ਕਿਹਾ? ਇਹਦਾ ਅਗਰ ਰਿਟਨ ਰੈਫਰੈਂਸ ਚਾਹੀਦਾ ਤਾਂ ਮੇਰੇ ਕੋਲ ਹੈਗਾ ਆ, ਉਹ ਜਿਹੜੀ ਮੈਂ ਬਾਬਾ ਸਾਹਿਬ ਦੀ ਕੋਟੇਸ਼ਨ ਦਿੱਤੀ ਉਹ ਵੀ ਰਿਟਨ ਰੈਫਰੈਂਸ ਆ। ਅਤੇ ਤੁਸੀਂ ਬੜੀ ਜਲਦਬਾਜ਼ੀ ਵਿੱਚ ਕਿਹਾ ਕਿ ਜਿਹੜਾ ਉਹਨੇ ਕਿਹਾ ਬਈ ਬੁੱਧ ਨੇ ਆਪਣੀ ਚਾਚੀ ਨੂੰ ਕਿਹਾ ਕਿ ਮੈਂ ਤੈਨੂੰ ਧਰਮ ਦਾ ਦੇ ਦਿੰਦਾ, ਪਰ ਧਰਮ 5 ਸਾਲ ਨਹੀਂ ਚੱਲਣਾ। ਫॉर ਯੂਅਰ ਕਾਇੰਡ ਇਨਫੋਰਮੇਸ਼ਨ, ਇਹ ਬਾਹਮਣਾਂ ਦਾ ਪੜ੍ਹਿਆ ਆ, ਤੁਸੀਂ ਪੜ੍ਹ ਕੇ ਸਾਨੂੰ ਦੱਸਣ ਦੀ ਕੋਸ਼ਿਸ਼ ਨਾ ਕਰੋ। ਜੋ ਸਿੱਖ ਧਰਮ ਦੇ ਬਾਰੇ ਬਾਹਮਣ ਲਿਖਦੇ ਆ ਉਹ ਤੁਸੀਂ ਮੰਨਣਾ ਤਾਂ ਤੁਹਾਡੀ ਮਰਜ਼ੀ ਆ। ਉਹਦੀ ਜਿਹੜੀ ਗੌਤਮੀ ਸੀ, ਉਹਨਾਂ ਦੀ ਚਾਚੀ ਨਹੀਂ ਸੀ ਜਨਾਬ, ਉਹਦੀ ਉਹ ਸਕੀ ਮਾਸੀ ਸੀਗੀ। ਔਰ ਵੈਸ਼ਾਲੀ ਦੇ ਵਿੱਚ ਉਹ ਇਕੱਲੀ ਨਹੀਂ,
ਉਹਦੇ ਨਾਲ ਕਿੰਨੇ ਸੈਂਕੜੇ ਔਰਤਾਂ ਵਿਖੁਣੀਆਂ ਬਣੀਆਂ ਸੀਗੀਆਂ, ਕੱਲੀ ਨੂੰ ਨਹੀਂ ਸੀ ਦਿੱਤਾ ਹੈ। ਤੋ ਬਾਕੀ ਭਿਕਸ਼ੂਆਂ ਨੇ ਕਿਹੜੀ ਲੜਾਈ ਕੀਤੀ ਤੁਸੀਂ ਕਹਿੰਦੇ ਆ ਹੈ। ਫॉर योर काइंड इन्फॉर्मेशन, ਆਖਰੀ ਬੁੱਧਿਸਟ ਸਮਰਾਟ 647 ਈਸਵੀ ਵਿੱਚ ਪੈਦਾ ਹੋਇਆ। ਜੇ ਤੁਸੀਂ ਚੌਥੀ ਪੰਜਵੀਂ ਫੇਲ ਹੈਗੇ ਆ ਜਾਂ ਪਾਸ ਹੈਗੇ ਤਾਂ ਹਿਸਾਬ ਕਰ ਲਿਓ। 647 ਤੋਂ ਬਾਅਦ ਜਦੋਂ ਪਹਿਲਾ ਇੰਡੀਆ ਦੇ ਉੱਤੇ ਹਮਲਾ ਹੋਇਆ 712 ਈਸਵੀ ਵਿੱਚ ਮੁਹੰਮਦ ਬਿਨ ਕਾਸਿਮ ਨੇ ਕੀਤਾ, 65 ਸਾਲ ਬਾਅਦ। ਸਾਡੇ ਬੋਧੀਆਂ ਦੇ ਰਾਜ ਦੇ ਸਮੇਂ ਕਿਹੜਾ ਹਮਲਾ ਹੋਇਆ ਇੰਡੀਆ ਉੱਤੇ? ਜਿਹੜਾ ਹਰਸ਼ਵਰਧਨ ਸੀਗਾ, ਜਿਹੜਾ ਬੰਗਾਲ ਦਾ ਰਾਜਾ ਸ਼ਾਸਕ ਸੀ, ਜਿਹਨੇ ਬੁੱਧ ਗਇਆ ਦਾ ਦਰਖਤ ਵੱਢਿਆ ਸੀ, ਉਹਦਾ ਸਿਰ ਧੜ ਤੋਂ ਅਲੱਗ ਕਨਿਸ਼ਕ ਨੇ ਕੀਤਾ ਜਾਂ ਨਹੀਂ ਕੀਤਾ ਸੀਗਾ? ਉਹ ਬੋਧੀ ਰਾਜਾ ਸੀਗਾ। ਇੱਦਾਂ ਕਰਿਓ, ਇੱਥੇ ਪੰਜਾਬ 'ਚ ਕਿਸੇ ਬੋਧੀ ਨਾਲ ਪੰਗਾ ਲੈ ਕੇ ਦੇਖ ਲਿਓ, ਜਵਾਬ ਤੁਹਾਨੂੰ ਮਿਲ ਜਾਏਗਾ। ਤੋ ਇੱਦਾਂ ਦੀਆਂ ਜਿਹੜੀਆਂ ਬੇਹੂਦਾ ਗੱਲਾਂ ਆਪਾਂ ਕਰਨੀਆਂ ਹੁੰਦੀਆਂ, ਉਹਨਾਂ ਦਾ ਕੋਈ ਫਾਇਦਾ ਨਹੀਂ ਹੁੰਦਾ। ਦੂਜਾ, ਗੂਗਲ ਦੇ ਉੱਤੇ ਜਾ ਕੇ ਦੇਖ ਲਿਓ ਕਿ 1000 ਦੇ ਪਿੱਛੇ ਮਰਦਾਂ ਦੇ 1000 ਮਰਦਾਂ ਪਿੱਛੇ ਸਭ ਤੋਂ ਘੱਟ ਗਿਣਤੀ ਕਿਹੜੇ ਧਰਮ ਦੀ ਆ ਇੰਡੀਆ ਵਿੱਚ? ਫॉर योर काइंड इन्फॉर्मेशन, ਜਿਸ ਧਰਮ ਨੂੰ ਤੂੰ ਮੰਨਦਾ, ਤੇਰੇ ਵਰਗੇ ਮੰਨਦੇ ਆ, ਉਹਦੀ ਸਾਰਿਆਂ ਨਾਲ ਘੱਟ ਪਾਪੂਲੇਸ਼ਨ ਆ 100,000 ਮਰਦਾਂ ਮਗਰ ਔਰਤ ਦੀ। ਤਾਂ ਸਭ ਤੋਂ ਵੱਧ ਕਿਹੜੀ ਆ ਜਿਨ੍ਹਾਂ ਨੂੰ ਤੂੰ ਕ੍ਰਿਟੀਸਾਈਜ਼ ਕਰ ਰਿਹਾ? ਗੂਗਲ 'ਤੇ ਜਾ ਕੇ ਹੱਥ ਮਾਰ ਕੇ ਦੇਖ ਲਈ ਮਾੜਾ ਜਿਹਾ, ਜੇ ਨਹੀਂ ਤਾਂ ਮੈਂ ਤੈਨੂੰ ਕੱਢ ਕੇ ਕਾਪੀ ਇਹਦੀ ਬਣਾ ਕੇ ਭੇਜ ਦਊਂਗਾ। ਅਤੇ ਔਰਤਾਂ ਦੀ ਜਿਹੜੀ ਗਿਣਤੀ ਆ ਉਹ ਬੋਧੀਆਂ ਦੀ ਜ਼ਿਆਦਾ ਆ, ਔਰ ਤੇਰੇ ਵਰਗੇ ਧਰਮ ਦੇ ਮੰਨਣ ਵਾਲਿਆਂ ਲਈ ਘੱਟ ਆ। ਜਿਹੜਾ ਥਾਈਲੈਂਡ ਦੇ ਵਿੱਚ ਭਿਕਸ਼ੂ ਬੰਦ ਕਰ ਦਿੱਤੇ, ਕਿੱਥੋਂ ਪੜ੍ਹਿਆ ਤੂੰ? ਮੈਂ 5 ਵਾਰੀ ਥਾਈਲੈਂਡ ਜਾ ਚੁੱਕਾ। ਮੈਂ ਖੁਦ ਥਾਈਲੈਂਡ ਜਾ ਕੇ 3 ਮਹੀਨੇ ਲਈ ਭਿੱਖੂ ਬਣਿਆ। ਇਹ ਕਿਹੜੇ ਥਾਈਲੈਂਡ ਦੀ ਤੂੰ ਗੱਲ ਕਰ ਰਿਹਾ? ਜਿਹੜਾ ਇੰਡੀਆ ਦੇ ਲਾਗੇ ਪੈਂਦਾ ਉਹੀ ਆ, ਜਾਂ ਕੋਈ ਇਹ ਤੇਰਾ ਆਪਣਾ ਥਾਈਲੈਂਡ ਬਣਾਇਆ? ਅੱਜ ਜਾ ਕੇ ਉੱਥੇ ਦੇਖ ਤਾਂ ਬੇਸ਼ੁਮਾਰ ਭਿੱਖੂ ਆ। ਉੱਥੇ ਤਾਂ ਟਰਡੀਸ਼ਨ ਆ ਕਿ ਘਰ ਦੇ ਵਿੱਚ ਜਿਹੜਾ ਬੜਾ ਪੁੱਤ ਹੁੰਦਾ ਉਹ ਭਿਕਸ਼ੂ ਬਣਦਾ। ਕੰਡੀਸ਼ਨ ਨਹੀਂ ਹੈ, ਟਰਡੀਸ਼ਨ ਆ। ਔਰ ਅਹਿੰਸਾ ਪਰਮੋ ਧਰਮ। ਅਰੇ ਬਾਈ, ਕਿਉਂ ਇੰਨਾ ਲੂਣ ਘੋਲ ਰਿਹਾ? ਇਹ ਤਾਂ ਜੈਨੀਆਂ ਦੀ ਗੱਲ ਆ, ਇਹ ਸਾਡੀ ਨਹੀਂ ਹੈ। ਬੁੱਧ ਨੇ ਕੀ ਕਿਹਾ? ਭਿੱਖੂਓ, ਮੁਸੀਬਤ ਆਉਣ 'ਤੇ ਭਿੱਜੀਊ ਬਿੱਲੀ ਵਾਂਗੂ ਮੱਤ ਬੈਠੇ ਰਹੋ, ਉੱਠ ਕੇ ਮੁਸੀਬਤ ਦਾ ਮੁਕਾਬਲਾ ਕਰੋ। ਤੂੰ ਕਿਹੜੇ ਬੁੱਧ ਨੂੰ ਪੜ੍ਹਦਾ? ਤੋ ਇੱਦਾਂ ਦੀਆਂ ਗੱਲਾਂ ਕਰਕੇ ਆਪਣੇ ਦਿਮਾਗ ਦਾ ਜਿਹੜਾ ਦਿਵਾਲਾ ਨਾ ਕਢਾਓ। ਜਿਹੜੀ ਤੁਸੀਂ ਕਹਿੰਦੇ ਅੰਗਰੇਜ਼ ਰਹਿੰਦੇ ਤਾਂ ਇੱਦਾਂ ਹੋਣੀ ਆ, ਜਿਹੜੇ ਅੰਗਰੇਜ਼ਾਂ ਨੇ ਇੰਡੀਆ ਵਿੱਚ ਕੰਮ ਕੀਤੇ ਆ ਬ੍ਰਾਹਮਣਵਾਦ ਨੂੰ ਖਤਮ ਕਰਨ ਲਈ, ਕਦੇ ਪੜ੍ਹਿਆ ਉਹਦੇ ਬਾਰੇ? 1775 ਤੋਂ ਪਹਿਲਾਂ ਬਾਹਮਣ ਨੂੰ ਫਾਂਸੀ ਦੀ ਸਜ਼ਾ ਨਹੀਂ ਸੀ ਹੁੰਦੀ, ਜਿੰਨੇ ਮਰਜ਼ੀ ਖੂਨ ਕਰ ਦੇਵੇ, ਪਤਾ? ਅਤੇ ਫਿਰ ਈਸਟ ਇੰਡੀਆ ਕੰਪਨੀ ਅੰਗਰੇਜ਼ਾਂ ਨੇ ਕਾਨੂੰਨ ਪਾਸ ਕਰਕੇ ਬੰਗਾਲ ਦੇ ਇੱਕ ਬਾਹਮਣ ਨੂੰ ਜਿਹਨੇ ਖੂਨ ਕਰ ਦਿੱਤਾ ਸੀ ਉਹਨੂੰ ਫਾਂਸੀ 'ਤੇ ਲਟਕਾਇਆ। ਇਹ ਜਿਹੜਾ ਅੱਜ ਨਾਰੀਅਲ ਤੋੜਦੇ ਆ, ਇਹ ਭਾਰਤ ਦੇ ਜਿਹੜੇ ਅਛੂਤ ਆ ਹਿੰਦੂ, ਉਹਨਾਂ ਦੇ ਸਿਰ ਤੋੜਦੇ ਹੁੰਦੇ ਸੀ। ਅੰਗਰੇਜ਼ਾਂ ਨੇ ਬੰਦ ਕੀਤਾ ਤਾਂ ਫਿਰ ਉਹਦੀ ਜਗ੍ਹਾ ਨਾਰੀਅਲ ਵਰਤਿਆ। ਪਹਿਲੀਆਂ 3 ਰਾਤਾਂ ਬਾਹਮਣ ਦੇ ਨਾਲ ਸ਼ੂਦਰਾਂ ਦੀਆਂ ਨੋਹਾਂ ਸੌਂਦੀਆਂ ਸੀ, ਉਹਨੀ ਬੰਦ ਕੀਤਾ। ਬੜਾ ਮੁੰਡਾ ਨਦੀ ਵਿੱਚ ਸਿੱਟ ਦਿਓ, ਅੰਗਰੇਜ਼ਾਂ ਨੇ ਬੰਦ ਕੀਤਾ। ਸਤੀ ਦੀ ਪ੍ਰਥਾ ਵਿੱਚ ਮੇਰਾ ਖਿਆਲ ਨਹੀਂ ਤੇਰੇ ਖਾਨਦਾਨ ਦਾ ਕੋਈ ਲੈਣ ਦੇਣ ਹੋਏਗਾ, ਅੰਗਰੇਜ਼ਾਂ ਨੇ ਬੰਦ ਕੀਤੀ। ਅਤੇ ਇੱਦਾਂ ਦੀਆਂ ਗੱਲਾਂ ਕਰਕੇ ਜਿਹੜਾ ਸਿੱਖ ਧਰਮ ਆ ਉਹਨੂੰ ਗੰਦਾ ਮਤ ਕਰੋ, ਕਿਉਂਕਿ ਤੁਹਾਡੇ ਵਰਗੇ ਲੋਕਾਂ ਕਰਕੇ ਹੀ 2001 ਦੀ ਮਰਦਸ਼ੁਮਾਰੀ ਵਿੱਚ ਸਿੱਖਾਂ ਦੀ ਪਾਪੂਲੇਸ਼ਨ ਆਲ ਓਵਰ ਇੰਡੀਆ, ਪੰਜਾਬ ਦੀ ਆਲ ਓਵਰ ਇੰਡੀਆ ਸਿੱਖਾਂ ਦੀ ਪਾਪੂਲੇਸ਼ਨ 2.5% ਸੀਗੀ। ਲੇਕਿਨ ਤੁਹਾਡੇ ਵਰਗੇ ਵਿਚਾਰਾਂ ਦੇ ਸਿੱਖਾਂ ਕਰਕੇ 2011 ਵਿੱਚ ਸਿੱਖਾਂ ਦੀ ਪਾਪੂਲੇਸ਼ਨ ਰਹਿ ਗਈ 1.45%। ਔਰ ਤੇਰੇ ਵਰਗੇ ਪ੍ਰਚਾਰਕਾਂ ਦੀ ਮਿਹਰਬਾਨੀ ਦੇ ਨਾਲ ਇਹ 1922 ਦਾ ਮਰਦਸ਼ੁਮਾਰੀ ਹੋ ਰਹੀ ਆ। ਅੰਕੜੇ ਤੇਰੇ ਸਾਹਮਣੇ ਆ ਜਾਣੇ ਆ। ਔਰ ਜੇ ਤੇਰੇ ਵਰਗੇ ਬੰਦੇ ਬੁੱਧ ਧਰਮ ਦੀ ਇੱਦਾਂ ਮੁਖਾਲਫਤ ਔਰ ਆਪਣੇ ਧਰਮ ਦੀ ਉਸਤਤੀ ਕਰਦੇ ਰਹੇ ਤਾਂ 20-25 ਸਾਲਾਂ ਤਾਈਂ ਮਿਊਜ਼ੀਅਮ ਵਿੱਚ ਜਾ ਕੇ ਸਰਦਾਰ ਦਿਖਣਾ ਪਿਆ ਕਰਨਾ, ਜੇ ਤੇਰੇ ਵਰਗੇ ਇੱਦਾਂ ਹੀ ਪ੍ਰਚਾਰ ਕਰਦੇ ਰਹੇ ਔਰ ਦੂਜਿਆਂ ਨੂੰ ਜ਼ੀਰੋ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ। ਤੋ ਮੈਂ ਇੱਕ ਵਾਰੀ ਸਾਰੇ ਸਿੱਖ ਭਰਾਵਾਂ ਨੂੰ ਬੇਨਤੀ ਕਰਦਾ ਕਿ ਮੇਰਾ ਨਾ ਸਿੱਖ ਧਰਮ 'ਤੇ ਅਟੈਕ ਆ, ਨਾ ਮੇਰਾ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਕੋਈ ਅਟੈਕ ਆ। ਇਹ ਤਾਂ ਇੱਦਾਂ ਦੇ ਜਿਹੜੇ ਮੂਰਖ ਆ, ਜਿਹੜੇ ਸਿੱਖ ਧਰਮ ਨੂੰ ਇੱਦਾਂ ਦੀਆਂ ਗੱਲਾਂ ਕਰਕੇ
ਬਰਬਾਦ ਕਰਾਉਂਦੇ ਆ। ਇਹ ਮੇਰਾ ਮੈਸੇਜ ਇਹ ਕਸ਼ਮੀਰ ਸਿੰਘ ਵਰਗੇ ਭੱਦਰ ਪੁਰਸ਼ਾਂ ਲਈ ਆ। ਥੈਂਕ ਯੂ ਵੈਰੀ ਮੱਚ। ਜੈ ਭਾਰਤ। ਜੈ ਭੀਮ, ਜੈ ਭਾਰਤ ਜੀ। ਬੁੱਧ ਜੀਵਨ ਅਤੇ ਸਿੱਖਿਆਵਾਂ ਦੇ ਸਾਥੀਆਂ ਨੂੰ, ਜੋ ਕਿ 10-15 ਦਿਨ ਪਹਿਲਾਂ ਪਰਮਿੰਦਰ ਪੈਰੀ ਜੀ ਨੇ ਇਸ ਗਰੁੱਪ ਵਿੱਚ ਕਸ਼ਮੀਰ ਸਿੰਘ ਜੀ ਦੀਆਂ ਜੋ ਆਡੀਓ ਪਾਈਆਂ ਸੀਗੀਆਂ, ਉਹਨਾਂ ਦਾ ਜਵਾਬ ਬਾ ਕਮਾਲ ਐਚ.ਐਲ. ਬਿਰਦੀ ਸਾਹਿਬ, ਵਿਦਵਾਨ ਜਿਹੜੇ ਜਿਨ੍ਹਾਂ ਨੇ ਬਹੁਤ ਕਿਤਾਬਾਂ ਲਿਖੀਆਂ ਔਰ ਬਹੁਤ ਉਹਨਾਂ ਦੀ ਖੋਜ ਹੈਗੀ ਆ। ਔਰ ਕਸ਼ਮੀਰ ਸਿੰਘ ਦੇ ਜਿਹੜੇ ਸਵਾਲ ਆ ਉਹਨਾਂ ਦੇ ਜਵਾਬ ਦਿੱਤੇ ਹੈਗੇ ਆ। ਤੇ ਬੜੀ ਹੈਰਾਨੀ ਹੋਈ ਕਿ ਬੜੇ ਇੱਕ ਦੋ ਵਿਦਵਾਨਾਂ ਨੂੰ ਛੱਡ ਕੇ ਸਿੱਖ ਵਿਦਵਾਨਾਂ ਦੇ ਨਾਲ ਵੀ ਗੱਲਬਾਤ ਹੋਈ ਔਰ ਉਹਨਾਂ ਨੂੰ ਪੜ੍ਹਿਆ ਸਮਝਿਆ। ਪਰ ਜਿਸ ਹਿਸਾਬ ਨਾਲ ਕਸ਼ਮੀਰ ਸਿੰਘ ਜੀ ਗੱਲਬਾਤ ਕਰ ਰਿਹਾ, ਜਿੱਦਾਂ ਬ੍ਰਾਹਮਣ ਦੀ ਤੂਤੀ ਨਹੀਂ ਕੋਈ ਬੋਲਦਾ ਹੁੰਦਾ, ਸੇਮ ਉਹ ਤੂਤੀਆਂ ਇਹਨਾਂ ਨੇ ਬੋਲੀਆਂ। ਵੀ ਜੇ ਤੁਹਾਡਾ ਬੁੱਧ ਕਹਿੰਦਾ ਹੈਗਾ ਜੇ ਕੋਈ ਚਪੇੜ ਮਾਰ ਜਾਂ ਦੂਜੀ ਗੱਲ ਅੱਗੇ ਕਰ ਦੋ ਤੇ ਇਹ 500 ਸਾਲ ਹੀ ਚੱਲਣਾ ਹੈਗਾ ਜਿਹੜਾ ਧਰਮ ਆ, ਹਨਾ, ਗੌਤਮੀ ਨੂੰ ਕਹਿ ਦਿੱਤਾ। ਜਾਣੀ ਕਿ ਜੋ ਬ੍ਰਾਹਮਣ ਨੇ 18ਵੀਂ ਸਦੀ ਵਿੱਚ ਲਿਖਿਆ ਨਾ, ਉਹ ਤੂਤੀ ਕਸ਼ਮੀਰ ਸਿੰਘ ਜਿਨ੍ਹਾਂ ਦਾ ਇੰਨਾ ਨਹੀਂ ਯਾਰ ਦਿਮਾਗ ਕੰਮ ਕਰਦਾ ਹੈਗਾ। ਬੜੀ ਹੈਰਾਨੀ ਦੀ ਗੱਲ ਹੈਗੀ ਆ ਵੀ ਐਡੇ ਬੜੇ ਮਹਾਨ ਮਹਾਂਪੁਰਸ਼ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਜੇਕਰ ਭਾਰਤ ਨੂੰ ਜਾਣਿਆ ਜਾਂਦਾ ਤਾਂ ਬੁੱਧ ਕਰਕੇ ਜਾਣਿਆ ਜਾਂਦਾ। ਯਾਰ ਇੰਨਾ ਵੀ ਨਹੀਂ ਖੋਜ ਉਹ ਕਰ ਸਕਦੇ ਹੈਗੇ। ਤੇ ਫੇਰ ਉਹ ਕਹਿ ਰਿਹਾ ਵੀ ਜਿਹੜੀ ਤੁਸੀਂ ਬੁੱਧ ਐਂਡ ਧੰਮਾ ਭੇਜੀ ਸੀ, ਮੈਂ ਕੰਠ ਤੱਕ ਪਹੁੰਚਿਆ। ਫੇਰ ਹੁਣ ਮੈਨੂੰ ਪਤਾ ਲੱਗਾ ਵੀ ਰਾਤ ਨੂੰ ਉਹ ਕੱਲ੍ਹ ਹੀ ਛੱਡ ਕੇ ਗਏ ਸੀਗੇ। ਹੁਣ ਮੈਨੂੰ ਜਾਣੀ ਪੂਰੀ ਕਿਤਾਬ ਨਹੀਂ, ਇੱਕ ਪੰਨੇ ਤੋਂ ਪੜ੍ਹ ਕੇ ਉਹਨਾਂ ਨੂੰ ਪਤਾ ਲੱਗ ਗਿਆ ਹੈਗਾ। ਪੂਰੀਆਂ ਕਿਤਾਬਾਂ ਪੜ੍ਹ ਕੇ ਰਿਜ਼ਲਟ ਕੱਢਣੇ ਪੈਂਦੇ ਸਾਰਿਆਂ ਦਾ। ਜਿਹੜੇ ਜੀਵਨ ਨਾ ਸ਼ੁਰੂ ਇਨਸਾਨ ਜ਼ਿੰਦਗੀ ਜੀਣ ਦਾ ਇੱਕ ਸਲੀਕਾ ਸਿੱਖਦਾ ਹੈਗਾ। ਸਾਰਿਆਂ ਜੀਵਨ ਪਹਿਲਾਂ ਇੱਕੋ ਜਿਹਾ ਨਹੀਂ ਹੁੰਦਾ ਹੈਗਾ। ਪਹਿਲਾਂ ਨਾਨਕ ਸੀਗੇ, ਗੁਰੂ ਨਾਨਕ ਬਾਅਦ 'ਚ ਬਣੇ ਆ, ਗੁਰੂ ਬਾਅਦ 'ਚ ਬਣੇ ਆ। ਪਹਿਲਾਂ ਗੋਬਿੰਦ ਸੀਗੇ, ਗੁਰੂ ਗੋਬਿੰਦ ਸਿੰਘ ਬਾਅਦ 'ਚ ਬਣੇ ਆ। ਪੜ੍ਹੋ ਖੁਸ਼ਵੰਤ ਸਿੰਘ ਨੂੰ, ਪੜ੍ਹੋ ਅਜਮੇਰ ਸਿੰਘ ਨੂੰ, ਕੀ ਲਿਖਦੇ ਹੈਗੇ, ਕਿੱਦਾਂ ਲਿਖਦੇ ਹੈਗੇ ਆ। ਠੀਕ ਹੈ ਨਾ। ਤੇ ਇੱਦਾਂ ਜਿਸ ਤਰ੍ਹਾਂ ਉਹ ਨਾ ਜਿਹੜੇ ਮੁੱਦੇ ਠਾ ਰਹੇ ਆ, ਇੱਦਾਂ ਮੈਂ ਵੀ ਸਿੱਖ ਇਤਿਹਾਸ ਪੜ੍ਹਦਾ, ਨੋ ਪ੍ਰੋਬਲਮ ਆ। ਮੈਂ ਬਹੁਤ ਕੁਝ ਜਿਹੜੇ ਆ ਸਵਾਲ ਖੜੇ ਕਰ ਸਕਦਾ, ਪਰ ਨਹੀਂ, ਸਮੇਂ ਦੀਆਂ ਸਥਿਤੀਆਂ ਨੂੰ ਸਮਝਣਾ ਪੈਂਦਾ ਹੈਗਾ। ਠੀਕ ਹੈ ਜੀ। ਤੇ ਦੂਏ ਨੰਬਰ ਤੇ ਕਹਿੰਦੇ ਵੀ ਇੱਕ ਗੱਲ ਕਰੋ, ਜੇਕਰ ਇੱਕ ਗੱਲ ਤੇ ਚਪੇੜ ਦਾ ਦੂਜੀ ਗੱਲ, ਮਤਲਬ ਕਿ ਹਰ ਗੱਲ ਬ੍ਰਾਹਮਣ ਦੀ ਉਹ ਬੋਲੀ ਜਾਂਦੇ ਹੈਗੇ ਆ। ਫੇਰ ਕਹਿੰਦੇ ਵੀ ਸਾਡੇ ਜਿਹੜੇ ਪਿਤਾ ਜੀ ਹੈਗੇ ਆ ਗੁਰੂ ਗੋਬਿੰਦ ਸਿੰਘ, ਉਹ ਤਲਵਾਰ ਚੱਕਣ ਨੂੰ ਤੁਹਾਡੇ ਸ਼ੋਕ ਸਮਰਾਟ ਨੇ ਤਲਵਾਰ ਸਿੱਟ ਦਿੱਤੀ ਕਮਾਲ ਦੀ। ਪਹਿਲਾਂ ਹਿੰਸਾ ਦਾ ਮਤਲਬ ਤਾਂ ਸਮਝ ਲਓ। ਬਗੈਰ ਕਾਰਨ ਹਿੰਸਾ ਨਹੀਂ ਕਰਨੀ ਹੈਗੀ, ਬਗੈਰ ਕਾਰਨ। ਜੇਕਰ ਸ਼ੋਕ ਸਮਰਾਟ ਨੇ ਜਿਹੜੇ ਗਰੀਬ ਲੋਕ ਜਿਹੜੇ ਜੰਗ ਦੇ ਵਿੱਚ ਮਾਰੇ ਗਏ ਸੀ ਇਸ ਕਰਕੇ ਸਿੱਟੀ ਸੀ, ਪਰ ਉਹ ਤੋਂ ਬਾਅਦ ਵੀ ਉਹਦਾ ਰਾਜ ਚੱਲਦਾ ਰਿਹਾ। ਕੀ ਸਰਹੱਦਾਂ ਦੇ ਉੱਪਰ ਤਾਇਨਾਤ ਨਾ ਸੀ? ਤੁਸੀਂ ਇਤਿਹਾਸ ਤਾਂ ਕੱਢ ਕੇ ਦੇਖੋ। ਇਤਿਹਾਸ ਤੁਸੀਂ ਪੜ੍ਹਨਾ ਨਹੀਂ ਚਾਹੁੰਦੇ ਹੈਗੇ, ਤੁਸੀਂ ਇਤਿਹਾਸ ਪੜ੍ਹਨਾ ਨਹੀਂ ਚਾਹੁੰਦੇ ਹੈਗੇ। ਬੜੀ ਹੈਰਾਨੀ ਹੁੰਦੀ ਹੈਗੀ ਆ ਜਦੋਂ ਯਾਰ ਮਤਲਬ ਕਿ ਇੱਕ ਨੂੰ ਉੱਚਾ ਤੇ ਦੂਜੇ ਨੂੰ ਨੀਵਾਂ। ਠੀਕ ਹੈ ਨਾ। ਤੇ ਮੈਨੂੰ ਨਹੀਂ ਪਤਾ ਇਹ ਕਿਹੜੀ ਬਰਾਦਰੀ ਦੇ ਹੈਗੇ ਆ, ਪਰ ਜੇਕਰ ਇਹ ਚੂੜਿਆਂ ਚਮਾਰਾਂ ਦੇ ਵਿੱਚੋਂ ਹੈਗੇ, ਜਲਾਹਾਂ ਦੇ ਵਿੱਚੋਂ ਹੈਗੇ ਆ, ਜਾਂ ਹੋਰ ਕਿਸੇ ਬਰਾਦਰੀ ਵਿੱਚੋਂ ਸਿੱਖ ਬਣੇ ਹੈਗੇ ਆ, ਉਹ ਭਾਈ 1925 ਦਾ ਸੰਘਰਸ਼ ਦੇਖ ਲਓ। ਤੁਸੀਂ ਕਹਿੰਦੇ ਪੰਜਾਬ ਦਾ ਖਾ ਕੇ ਸਿੱਖ ਕਿੱਥੇ ਖੜੇ ਹੋਏ ਆ? ਦੱਸਾਂ ਤਾਂ ਸਹੀ, ਸਿੱਖ ਕਿੱਥੇ ਖੜੇ ਹੋਏ ਆ? ਅੱਜ ਵੀ ਧੀਆਂ ਭੈਣਾਂ ਨਾਲ ਬਲਾਤ ਕਿਹੜੀ ਸੰਸਥਾ ਤੁਹਾਡੀ ਹਾਂ ਦਾ ਨਾਰਾ ਮਾਰਦੀ ਆ? ਸਾਨੂੰ ਪਤਾ ਸਾਡੇ ਸਮਾਜ ਨੇ ਕਿੱਥੇ ਉਹਦਾ ਫਾਇਦਾ ਹੈਗਾ। ਬਾਬਾ ਸਾਹਿਬ ਕਿਤੇ ਛੋਟੀ ਮੋਟੀ ਹਸਤੀ ਨਾ ਸੀ। ਕਸ਼ਮੀਰ ਸਿੰਘ ਜੀ, ਬਾਬਾ ਸਾਹਿਬ ਕਿਤੇ ਛੋਟੀ ਮੋਟੀ ਹਸਤੀ ਨਾ ਸੀ। ਜਦੋਂ ਬਾਬਾ ਮੰਗੂਰਾ ਮੱਗੋਵਾਲ ਨਾ ਸੰਘਰਸ਼ ਕਰ ਰਹੇ ਸੀਗੇ ਤਾਂ ਸਭ ਤੋਂ ਵੱਧ ਪੰਜਾਬ ਦੇ ਵਿੱਚ ਛੂਤਾਂ ਦੇ ਉੱਪਰ ਸਿੱਖਾਂ ਨੇ ਅਤਿਆਚਾਰ ਢਾਏ ਸੀ। ਕੱਢ ਕੇ ਦੇਖੋ ਇਤਿਹਾਸ, ਤੁਸੀਂ ਢੀਂਗਾ ਮਾਰ ਕੇ ਸਾਨੂੰ ਦੱਸਦੇ ਆ। ਜੇਕਰ ਜੋਤੀ ਰਾਏ ਫੂਲੇ ਨੇ ਦੱਬੇ ਕੁਚਲੇ ਲੋਕਾਂ ਦੀ ਬਾਹ ਫੜੀ ਆ, ਇਹ ਕਿਤੇ ਇਹ ਸਤਿਗੁਰਾਂ ਨਾਲੋਂ ਘੱਟ ਸੀਗਾ ਕੰਮ? ਇਹ ਤਾਂ ਤੁਹਾਡੀ ਸਿੱਖੀ ਵੀ ਇੱਥੇ ਸੀਗੀ। ਸਿੱਖੀ ਤੁਹਾਡੇ ਕਿਤੇ, ਤੁਹਾਡੇ ਸਿੱਖ ਵੀ ਇੱਥੇ ਸੀਗੇ ਯਾਰ। ਹੈਂ, ਤੁਸੀਂ ਕਨਸੈਪਟ ਸਾਨੂੰ ਦੱਸ ਰਹੇ, ਕਨਸੈਪਟ ਲਾਗੂ ਕਿਹੜੇ ਬੰਦੇ ਨੇ ਆਪਣੇ ਆਪ ਤੇ ਲਾਗੂ ਕੀਤਾ ਅੱਜ ਤੱਕ? ਮੈਨੂੰ ਦੱਸੋ ਸਹੀ। ਢੀਂਗਾ ਮਾਰ ਕੇ ਕੀਤਾ। ਜੇਕਰ 85% ਤੁਸੀਂ ਮੰਨੋ ਚਾਹੇ ਨਾ ਮੰਨੋ, ਸ਼ਾਹੂ ਛਤਰਪਤੀ ਮਹਾਰਾਜ ਜੋਤੀ ਰਾਏ ਫੂਲੇ ਜੀ ਬੁੱਧ ਬਾਰੇ ਕੀ ਕਹਿ ਰਹੇ ਆ, ਤੁਸੀਂ ਪਹਿਲਾਂ ਉਹਨਾਂ ਨੂੰ, ਜਿਨ੍ਹਾਂ ਨੇ ਐਡੀ ਬੜੀ ਕ੍ਰਾਂਤੀ ਕੀਤੀ ਨਾ, ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਠੀਕ ਹੈ ਨਾ। ਗੁਰੂਆਂ ਨੇ ਮੁੜ ਕੇ ਨਹੀਂ ਆਉਣਾ ਹੈਗਾ। ਗੁਰੂਆਂ ਤੋਂ ਇਲਾਵਾ ਯਾਰ ਦੁਨੀਆ ਤੇ ਕੋਈ ਹੋਇਆ ਹੀ ਨਹੀਂ ਹੈਗਾ। ਤੁਸੀਂ ਸਾਨੂੰ ਉਦਾਹਰਨਾਂ ਦੇ ਕੇ ਦੱਸੀ ਜਾਂਦੇ ਆ। ਜਿਨ੍ਹਾਂ ਦੇਸ਼ਾਂ ਵਿੱਚ ਸਾਡੇ ਭਰਾ ਭੈਣ ਭਾਈ ਅਰਬਾਂ ਵਿੱਚ ਆ, ਕੀ ਫਿਰ ਇਸਲਾਮ ਨਹੀਂ ਸਹੀ ਹੈਗਾ? ਹੈਂ,
ਜਿੱਥੇ ਅਸੀਂ ਰੋਟੀ ਕਮਾਉਣ ਆਨੇ ਹੈਗੇ ਆ। ਫਿਰ ਜਿਨ੍ਹਾਂ ਦੇਸ਼ਾਂ ਵਿੱਚ ਅਸੀਂ ਯੂਰਪ ਵਿੱਚ ਆਏ, ਫਿਰ ਈਸਾਈ ਨਹੀਂ ਸਹੀ ਹੈਗੇ। ਮਤਲਬ ਕਿ ਧਰਮਾਂ ਦੀ ਗੱਲ ਨਹੀਂ ਹੈਗੀ, ਉਹਨਾਂ ਨੇ ਕਨਸੈਪਟ ਨੂੰ ਲਾਗੂ ਕੀਤਾ, ਉਹਨਾਂ ਨੇ ਸਮਝਿਆ। ਤੂੰ ਸਾਨੂੰ ਡੀਂਗਾ ਮਾਰ ਮਾਰ ਕੇ ਦੱਸਣ ਲੱਗਾ ਆ ਹੈ। ਕਦੇ ਬੁੱਧ ਗੰਜੇ ਦੱਸਦਾ, ਕਦੇ ਕੁਛ ਦੱਸਦਾ, ਸਾਡੇ ਪਿਆ ਦਾ। ਉਹ ਭਰਾਵਾ ਸਮੇਂ ਦੀ ਸਥਿਤੀ ਨੂੰ ਬਾਬਾ ਸਾਹਿਬ ਦਾ 17 ਬੋਲੀਆਂ ਪੜ੍ਹ ਕੇ ਦੇਖ, ਠੀਕ ਆ। ਬਾਬਾ ਸਾਹਿਬ ਨੇ ਕੋਈ ਚੀਜ਼ ਇਦਾਂ ਦੀ ਛੱਡੀ ਨਹੀਂ ਹੈਗੀ। ਪਰ ਕਾਰਨ ਇਹ ਹੁੰਦਾ ਵੀ ਹਰ ਇੱਕ ਬੰਦੇ ਕੋਲ ਇੰਨਾ ਸਮਾਂ ਨਹੀਂ ਹੁੰਦਾ। ਪਹਿਲਾਂ ਵੀ ਤੁਹਾਡੇ ਨਾਲ ਚਰਚਾ ਹੋਈ ਸੀਗੀ, ਹਰ ਇੱਕ ਬੰਦੇ ਕੋਲ ਇੰਨਾ ਕਈ ਵੇਲੇ ਸਮਾਂ ਹੀ ਨਹੀਂ ਮਿਲਦਾ ਹੁੰਦਾ ਜਿਹੜੇ ਬੰਦਾ ਗੱਲਬਾਤ ਕਰਦਾ ਹੈਗਾ। ਸਾਰੇ ਬੰਦੇ ਬੀਜੀ ਆ। ਖੁਦ ਸਟੱਡੀ ਕਰੋ ਮਹਾਰਾਜ, ਠੀਕ ਹੈ ਨਾ। ਇੱਕ ਦੋ ਪੰਨੇ ਪੜ੍ਹ ਕਰਕੇ ਮੈਂ ਕਹਿੰਦਾ ਮੈਂ ਤਾਂ 8 9 ਕਹਿੰਦਾ ਮੈਂ ਜਿਹੜੀਆਂ ਗੱਲਾਂ ਨੋਟ ਕਰ ਲਈਆਂ। ਵਾਹ, ਕਮਾਲ ਦੀ ਗੱਲ ਹੈਗੀ ਆ। ਅੱਗੇ ਕਹਿੰਦੇ ਕੀ ਬੁੱਧ ਆ। ਸਰਦਾਰ ਕਪੂਰ ਸਿੰਘ ਨੂੰ ਕਦੇ ਪੜ੍ਹੋ ਤਾਂ ਇੱਕ ਸਿੱਖ ਦਾ ਬੁੱਧ ਨੂੰ ਪ੍ਰਣਾਮ, ਫਿਰ ਪਤਾ ਲੱਗ ਜਾਊਗਾ। ਜਿੰਨਾ ਚਿਰ ਉਹ ਜੀਂਦੇ ਰਹੇ ਨਾ ਸਰਦਾਰ ਕਪੂਰ ਸਿੰਘ ਜੀ, ਇੱਥੇ ਵੱਡੇ ਵੱਡੇ ਤੁਹਾਡੇ ਵਿਦਵਾਨ ਮੋਹਰੇ ਉਹ ਦੂਸਰਾ ਨਹੀਂ ਕਰ ਸਕੇ, ਉਹਨਾਂ ਦੇ ਮੋਹਰੇ ਸਿਰ ਨਹੀਂ ਚੱਕ ਸਕੇ ਕਿਸੇ ਵੀ ਪੱਖ 'ਚ। ਤੁਸੀਂ ਅੱਜ ਖੁੰਬਾਂ ਵਾਂਗੂ ਉੱਠ ਖੜੇ ਹੋਏ ਹੈਗੇ ਆ, ਤੇ ਐਡੇ ਬੜੇ ਮਹਾਨ ਮਹਾਂਪੁਰਸ਼ ਕਿਤੇ ਉਦਾਂ ਲੈ ਕੇ ਫੇਰ ਤੁਸੀਂ ਕਹੀ ਜਾਣਾ ਵੱਡਾ ਵੱਡਾ ਕਹੀ ਜਾਣਾ ਹੈਗਾ। ਕੋਈ ਕੁਆਲਿਟੀ ਦਾ ਯਾਰ ਤੁਹਾਡੇ 'ਚ ਕੁਆਲਿਟੀ ਆ ਗਈ ਸਾਰੀ ਦੁਨੀਆ ਦੀ ਹੈ। ਹਿੰਸਾ ਦਾ ਮਤਲਬ ਇਹ ਆ ਕਿ ਬਗੈਰ ਕਾਰਨ ਤੋਂ ਜੀਵ ਜੰਤੂਆਂ ਤੇ ਹਿੰਸਾ ਨਹੀਂ ਕਰਨੀ ਹੈਗੀ, ਉਹਨਾਂ ਦਾ ਅਤਿਆਚਾਰ ਨਹੀਂ ਕਰਨਾ, ਉਹਨਾਂ ਨੂੰ ਮਾਰਨਾ ਵੱਢਣਾ ਨਹੀਂ, ਠੀਕ ਆ ਨਾ। ਉਹਨਾਂ ਨੂੰ ਵੀ ਜੀਣ ਦਾ ਅਧਿਕਾਰ ਆ। ਇਹ ਆ ਭਗਵਾਨ ਬੁੱਧ ਦੀ ਹਿੰਸਾ। ਭਗਵਾਨ ਬੁੱਧ ਇਹ ਵੀ ਕਹਿੰਦੇ ਹੈਗੇ, ਜੇਕਰ ਕੋਈ ਇਤਿਹਾਸ ਦੇ ਤੱਥ ਆ, ਇੱਕ ਰਾਜੇ ਦਾ ਜਿਹੜੇ ਉਹ ਨਾ ਜਿੱਤ ਕੇ ਆਇਆ ਸੀਗਾ ਤਾਂ ਸਿਰ ਵੀ ਪਰੋਸਿਆ ਸੀਗਾ ਉਹਨਾਂ ਨੇ ਕਿਹਾ ਵੀ ਚੰਗਾ ਕੀਤਾ। ਹਿੰਸਾ ਨੂੰ ਇਦਾਂ ਨਹੀਂ ਹੈਗਾ ਵੀ ਇਦਾਂ ਕੋਈ ਜੇ ਕੋਈ ਕਹਿੰਦੇ ਵੀ ਮਤਲਬ ਸਾਡੇ ਸਿਰ ਤੇ ਆ ਕੇ ਚੜ ਜਾਵੇ ਨਾ, ਫੇਰ ਹੱਥ ਤੇ ਹੱਥ ਧਰ ਕੇ ਬੈਠੇ ਨਹੀਂ ਰਹਿਣਾ ਹੈਗਾ। ਇਹ ਬੁੱਧ ਦੀ ਸਿੱਖਿਆ। ਪਰ ਉਹਨਾਂ ਦਾ ਗਿਆਨ ਪਹਿਲਾਂ ਸਮਝ ਲਿਓ। ਪਰ ਦੂਜੇ ਨੰਬਰ ਤੇ ਜਦੋਂ ਸਤਿਗੁਰ ਨਾਮਦੇਵ ਗੁਰੂ ਰਵਿਦਾਸ ਤੋਂ ਲਹਿਰ ਸ਼ੁਰੂ ਹੋਈ, ਪਹਿਲੇ ਹਥਿਆਰ ਚੱਕ ਲਏ ਸੀਗੇ ਉਹਨਾਂ ਨੇ। 300-400 ਸਾਲ ਦਾ ਸਮਾਂ ਲੱਗਾ ਹੋਊਗਾ ਲੋਕਾਂ ਨੂੰ ਜਾਗਰਤ ਕਰਨ ਨੂੰ। ਉਹ ਸਮਾਂ ਦੇਖਦੇ ਸੀਗੇ ਵੀ ਕਦੋਂ ਖਾਲਸਾ ਸਾਜਣਾ। ਸਮੇਂ ਦੀਆਂ ਸਥਿਤੀਆਂ ਨੂੰ ਸਮਝ ਲਿਆ ਕਰੋ, ਬੋਲਣ ਤੋਂ ਪਹਿਲਾਂ, ਸਮਝਣ ਤੋਂ ਪਹਿਲਾਂ। ਵੈਸੇ ਤਾਂ ਤੁਹਾਨੂੰ ਗੱਲਾਂ ਦੇ ਜਵਾਬ ਮਿਲ ਗਏ ਹੋਣੇ ਆ, ਤੇ ਥੋੜਾ ਧਿਆਨ ਦੇ ਨਾਲ। ਜੈ ਭੀਮ ਜੈ ਭਾਰਤ।